ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ। ਅੱਜ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਨਵਾਂ ਟੌਪਿਕ। ਫਰਾਂਸ ਦੀ ਕ੍ਰਾਂਤੀ ਦਾ ਅਗਲਾ ਟੌਪਿਕ ਕਰਨ ਲੱਗੇ ਹਾਂ ਅਸੀਂ। ਫਰਾਂਸ ਦੀ ਕ੍ਰਾਂਤੀ ਦੇ ਤਤਕਾਲੀਨ ਕਾਰਨ ਅਤੇ ਇਹ ਕ੍ਰਾਂਤੀ ਜਿਹੜੀ ਸੀ ਫਰਾਂਸ ਦੇ ਵਿੱਚ ਹੀ ਕਿਉਂ ਹੋਈ। ਸੋ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ। ਫਰਾਂਸ ਦੀ ਕ੍ਰਾਂਤੀ ਦਾ ਤਤਕਾਲੀਨ ਕਾਰਨ ਕੀ ਸੀ। ਫਰਾਂਸ ਵਿੱਚ ਕ੍ਰਾਂਤੀ ਹੋਣ ਦਾ ਤਤਕਾਲੀਨ ਕਾਰਨ ਇਹ ਸੀ ਕਿ ਸਰਕਾਰ ਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪਿਆ। ਭਾਵੇਂ ਕਿ ਫਰਾਂਸ ਇੱਕ ਬਹੁਤ ਜ਼ਿਆਦਾ ਖੁਸ਼ਹਾਲ ਦੇਸ਼ ਸੀ, ਪਰੰਤੂ ਉਸ ਸਮੇਂ ਤੱਕ ਰਾਜ ਦਾ ਦਿਵਾਲਾ ਨਿਕਲ ਰਿਹਾ ਸੀ। ਕੀ ਕਾਰਨ ਸੀ ਕਿ ਫਰਾਂਸ ਦੇ ਵਿੱਚ ਜਿਹੜੀ ਸੀ ਉਹ ਆਰਥਿਕ ਮੰਦੀ ਆ ਗਈ ਸੀ। ਇਸ ਦਾ ਮੁੱਖ ਕਾਰਨ ਇਹ ਸੀ ਕਿ ਰਾਜਾ ਰਾਸ਼ਟਰੀ ਨੀਤੀ ਅਪਣਾਉਣ ਦੇ ਵਧੇਰੇ ਯਤਨ ਕਰ ਰਿਹਾ ਸੀ, ਪਰੰਤੂ ਅਰਥ ਵਿਵਸਥਾ ਜਿਹੜੀ ਸੀ ਉਹ ਪੁਰਾਣੇ ਢੰਗ ਦੀ ਸੀ, ਪੁਰਾਣੇ ਢੰਗਾਂ ਦੇ ਉੱਤੇ ਆਧਾਰਿਤ ਸੀ, ਸਾਮੰਤਾਂ ਦੇ ਉੱਤੇ ਬੇਸਡ ਸੀਗੀ। ਸੈਕਿੰਡ ਹੈ ਅਮੀਰ, ਕੁਲੀਨ ਅਤੇ ਉੱਚੇ ਦਰਜੇ ਦੇ ਧਨੀ ਪਾਦਰੀ ਕੋਈ ਵੀ ਟੈਕਸ ਨਹੀਂ ਸੀ ਦਿੰਦੇ ਸਰਕਾਰ ਨੂੰ, ਅਤੇ ਸਾਰੇ ਟੈਕਸ ਜਿਹੜੇ ਸੀ ਉਹ ਗਰੀਬ ਕਿਸਾਨਾਂ ਅਤੇ ਦੂਜੇ ਸਧਾਰਨ ਲੋਕਾਂ ਨੂੰ ਦੇਣੇ ਪੈਂਦੇ ਸੀਗੇ। ਜਦ ਕਿ ਅਮੀਰ ਲੋਕਾਂ ਦੇ ਕੋਲ ਇੰਨੀ ਪ੍ਰਾਪਰਟੀ ਹੋਣ ਦੇ ਬਾਵਜੂਦ ਵੀ ਉਹ ਸਰਕਾਰ ਨੂੰ ਕੋਈ ਟੈਕਸ ਨਹੀਂ ਸੀ ਦੇ ਰਹੇ। ਅਗਰ ਉਹ ਸਰਕਾਰ ਨੂੰ ਟੈਕਸ ਦਿੰਦੇ ਤਾਂ ਫਰਾਂਸ ਨੂੰ ਆਰਥਿਕ ਦਿਵਾਲੀਏਪਨ ਤੋਂ ਬਚਾਇਆ ਜਾ ਸਕਦਾ ਸੀ। ਤੀਸਰਾ ਕਾਰਨ ਕੀ ਹੈ। ਇਸ ਤੋਂ ਇਲਾਵਾ ਲੂਈ 14ਵੇਂ ਅਤੇ ਲੂਈ 15ਵੇਂ ਨੇ ਵਿਦੇਸ਼ੀ ਯੁੱਧਾਂ, ਰਾਜ ਦਰਬਾਰ ਦੀ ਸ਼ਾਨੋ ਸ਼ੌਕਤ ਅਤੇ ਆਪਣੇ ਐਸ਼ੋ ਆਰਾਮ ਦੇ ਉੱਤੇ ਬਹੁਤ ਸਾਰਾ ਪੈਸਾ ਖਰਚ ਦਿੱਤਾ ਸੀਗਾ, ਜਿਸ ਕਰਕੇ ਕਿ ਖਜ਼ਾਨਾ ਖਾਲੀ ਹੋਣ ਲੱਗ ਪਿਆ। ਉਸ ਤੋਂ ਬਾਅਦ ਨਤੀਜੇ ਵਜੋਂ ਆਮਦਨੀ ਨਾਲੋਂ ਖਰਚਾ ਜ਼ਿਆਦਾ ਹੋਣ ਲੱਗਾ ਅਤੇ ਆਉਣ ਵਾਲੇ ਸਾਲ ਵਿੱਚ ਰਾਸ਼ਟਰੀ ਕਰਜ਼ਾ ਜਿਹੜਾ ਸੀ ਉਹ ਫਰਾਂਸ ਨੂੰ ਹੋਰ ਜ਼ਿਆਦਾ ਲੈਣਾ ਪੈ ਗਿਆ। ਇਹ ਵੀ ਅਨੁਮਾਨ ਲਗਾਇਆ ਗਿਆ ਕਿ ਸਰਕਾਰ ਦੀ ਕੁੱਲ ਆਮਦਨ ਦਾ ਲਗਭਗ ਅੱਧਾ ਭਾਗ ਹੈ ਜਿਹੜਾ ਉਹ ਰਾਸ਼ਟਰੀ ਕਰਜ਼ੇ ਨੂੰ ਉਤਾਰਨ ਦੇ ਵਿੱਚ ਹੀ ਚਲਾ ਜਾਂਦਾ ਸੀ, ਖਰਚ ਕਰ ਦਿੱਤਾ ਜਾਂਦਾ ਸੀ। ਲੂਈ 16ਵੇਂ ਨੂੰ ਆਪਣੇ ਸ਼ਾਸਨ ਕਾਲ ਦੇ ਮੁੱਢ ਤੋਂ ਹੀ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਗਿਆ। ਉਸ ਨੂੰ ਪਤਾ ਵੀ ਸੀ ਕਿ ਮੁਲਕ ਹੈ ਜਿਹੜਾ ਉਹ ਆਰਥਿਕ ਸੰਕਟ ਵੱਲੋਂ ਵੱਧ ਰਿਹਾ ਹੈ, ਪਰੰਤੂ ਉਸ ਨੇ ਸ਼ੁਰੂਆਤੀ ਦੌਰ ਦੇ ਵਿੱਚ ਵੀ ਫਰਾਂਸ ਨੂੰ ਆਰਥਿਕ ਸੰਕਟ ਵਿੱਚੋਂ ਕੱਢਣ ਲਈ ਕੋਈ ਉਪਾਅ ਨਹੀਂ ਕੀਤਾ। ਉਸਨੇ ਆਰਥਿਕ ਅਵਸਥਾ ਨੂੰ ਬਾਅਦ ਵਿੱਚ ਸੁਧਾਰਨ ਵਾਸਤੇ ਇੱਕ ਤੋਂ ਬਾਅਦ ਦੂਜਾ ਕਈ ਵਿੱਤ ਮੰਤਰੀ ਨਿਯੁਕਤ ਕੀਤੇ, ਜਿਹੜੇ ਕਿ ਉਹਨਾਂ ਨੇ ਵੱਖਰੀਆਂ ਯੋਜਨਾਵਾਂ ਦਿੱਤੀਆਂ, ਲੇਕਿਨ ਉਹਨਾਂ ਯੋਜਨਾਵਾਂ ਨੂੰ ਪ੍ਰੈਕਟੀਕਲ ਰੂਪ ਦੇ ਵਿੱਚ ਲਾਗੂ ਨਹੀਂ ਕੀਤਾ ਜਾ ਸਕਿਆ। ਹੁਣ ਆਪਾਂ ਡਿਟੇਲ ਦੇ ਵਿੱਚ ਕਰਦੇ ਹਾਂ ਕਿ ਕਿਹੜੇ ਵਿੱਤ ਮੰਤਰੀਆਂ ਨੇ ਫਰਾਂਸ ਦੀ ਅਰਥ ਵਿਵਸਥਾ ਨੂੰ ਸੁਧਾਰਨ ਦੀ ਯਤਨ ਕੀਤੇ। ਸਭ ਤੋਂ ਪਹਿਲੇ ਮੰਤਰੀ ਬਾਰੇ ਪੜਾਂਗੇ, ਤੁਰਗੋ। ਲੂਈ 16ਵੇਂ ਨੇ 1774 ਵਿੱਚ ਰਾਜਗੱਦੀ ਸੰਭਾਲਣ ਤੋਂ ਬਾਅਦ ਤੁਰਗੋ ਨੂੰ ਫਾਈਨੈਂਸ ਦਾ ਕੰਟਰੋਲਰ ਜਿਹੜਾ ਸੀ ਉਹ ਲਗਾ ਦਿੱਤਾ, ਜਿਸ ਨੇ ਅਰਥ ਵਿਵਸਥਾ ਨੂੰ ਸੁਧਾਰਨ ਦੀ ਯੋਜਨਾ ਬਣਾਈ। ਯੋਜਨਾ ਕੀ ਸੀ ਉਸਦੀ? ਆਪਣੀ ਯੋਜਨਾ ਨੂੰ ਕਾਰਜ ਰੂਪ ਦੇਣ ਲਈ ਉਸਨੇ ਕਿਹਾ ਕਿ ਸਾਨੂੰ ਫਜ਼ੂਲ ਖਰਚੀ ਹੈ ਜਿਹੜੀ ਉਹ ਬੰਦ ਕਰ ਦੇਣੀ ਚਾਹੀਦੀ ਹੈ ਅਤੇ ਬਹੁਤ ਸਾਰੇ ਧਨ ਦੀ ਇਸ ਤਰ੍ਹਾਂ ਬੱਚਤ ਕੀਤੀ ਜਾ ਸਕਦੀ ਹੈ। 1776 ਦੇ ਆਰੰਭ ਵਿੱਚ ਉਸਨੇ ਕਿਹਾ ਕਿ ਕਿਸਾਨਾਂ ਤੋਂ ਬੇਗਾਰ ਲੈਣ ਦੀ ਪ੍ਰਥਾ ਨੂੰ ਬੰਦ ਕੀਤਾ ਜਾਵੇ। ਬੇਗਾਰ ਦਾ ਮਤਲਬ ਹੁੰਦਾ ਕਿ ਬਿਨਾਂ ਪੈਸੇ ਦਿੱਤੇ ਕੰਮ ਕਰਾਉਣਾ, ਉਸ ਕੰਮ ਨੂੰ ਬੰਦ ਕੀਤਾ ਜਾਵੇ। ਅਤੇ ਕਈ ਸ਼ਿਲਪਕਾਰਾਂ ਦੇ ਸੰਘਾਂ ਦੇ ਏਕਾਧਿਕਾਰ ਸਮਾਪਤ ਕਰਨ ਸੰਬੰਧੀ ਉਸਨੇ ਸ਼ਾਹੀ ਹੁਕਮ ਵੀ ਜਿਹੜੇ ਸੀ ਉਹ ਤਿਆਰ ਕਰਵਾ ਲਏ ਕਿ ਕਈ ਜਿਹੜੇ ਸ਼ਿਲਪਕਾਰ ਸਮਾਨ ਤਿਆਰ ਕਰਦੇ ਆ ਅਤੇ ਉਹ ਏਕਾਧਿਕਾਰ ਕਰੀ ਬੈਠੇ ਆ ਆਪਣੇ ਕੰਮ ਦੇ ਵਿੱਚ, ਉਹ ਚੀਜ਼ ਹੈ ਜਿਹੜੀ ਉਹ ਖਤਮ ਹੋਣੀ ਚਾਹੀਦੀ ਹੈ। ਲੇਕਿਨ ਕੁਲੀਨਾ ਅਤੇ ਪੈਰਿਸ ਦੀ ਪਾਰਲੀਮਾ ਨੇ ਇਹਨਾਂ ਸ਼ਾਹੀ ਆਦੇਸ਼ਾਂ ਦਾ ਵਿਰੋਧ ਕੀਤਾ ਅਤੇ ਉਹਨਾਂ ਨੇ ਮਹਾਰਾਣੀ ਮੈਰੀ ਐਂਤੋਇਨਟ ਨੂੰ ਆਪਣੇ ਨਾਲ ਮਿਲਾ ਕੇ ਰਾਜੇ ਨੂੰ ਮਜਬੂਰ ਕਰ ਦਿੱਤਾ ਕਿ ਉਹ ਤੁਰਗੋ ਨੂੰ ਵਿੱਤ ਮੰਤਰੀ ਦੇ ਅਹੁਦੇ ਤੋਂ ਹਟਾ ਦੇਵੇ, ਕਿਉਂਕਿ ਕੁਲੀਨਾ ਨੂੰ ਅਤੇ ਪੈਰਿਸ ਦੀ ਪਾਰਲੀਮਾ ਨੂੰ ਇਹ ਪਤਾ ਸੀਗਾ ਕਿ ਅਗਰ ਇਹ ਹੁਕਮ ਲਾਗੂ ਹੋ ਜਾਂਦੇ ਆ ਤਾਂ ਇਹਦੇ ਨਾਲ ਉਹਨਾਂ ਦਾ ਨੁਕਸਾਨ ਹੋਏਗਾ। ਇਸ ਕਰਕੇ ਉਹਨਾਂ ਨੇ ਰਾਣੀ ਐਂਤੋਇਨਟ ਨੂੰ ਆਪਣੇ ਨਾਲ ਮਿਲਾ ਕੇ ਲੂਈ 16ਵੇਂ ਨੂੰ ਮਜਬੂਰ ਕੀਤਾ ਕਿ ਉਹ ਤੁਰਗੋ ਨੂੰ ਵਿੱਤ ਮੰਤਰੀ ਦੇ ਅਹੁਦੇ ਤੋਂ ਹਟਾ ਦੇਵੇ। ਸੈਕਿੰਡ ਹੈ ਨੇਕਰ। ਤੁਰਗੋ ਤੋਂ ਬਾਅਦ ਜਨੇਵਾ ਦੇ ਇੱਕ ਹੋਰ ਪ੍ਰੋਟੈਸਟੈਂਟ ਸ਼ਾਹੂਕਾਰ ਨੇਕਰ ਨੂੰ ਵਿੱਤ ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ। ਹੁਣ ਨੇਕਰ ਨੂੰ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਸੀ। ਉਸਨੇ ਕਿਹਾ ਕਿ ਸਾਨੂੰ ਪੈਸੇ ਦੀ ਬੱਚਤ ਕਰਨੀ ਚਾਹੀਦੀ ਹੈ ਅਤੇ ਨਵੇਂ ਕਰਜ਼ੇ ਲੈ ਕੇ ਵਿੱਤ ਦੀ ਵਿਵਸਥਾ ਨੂੰ ਸੁਧਾਰਨ ਦੇ ਉਸਨੇ ਬਹੁਤ ਸਾਰੇ ਯਤਨ ਕੀਤੇ। ਲੇਕਿਨ 1778 ਵਿੱਚ ਅਮਰੀਕਾ ਦੀ ਆਜ਼ਾਦੀ ਦੀ ਜੰਗ ਵਿੱਚ ਫਰਾਂਸ ਦੇ ਸੈਨਿਕਾਂ ਨੂੰ ਅਮਰੀਕੀ ਬਸਤੀਆਂ ਦੇ ਲੋਕਾਂ ਦਾ ਸਾਥ ਦੇਣ ਵਾਸਤੇ ਭੇਜਿਆ ਗਿਆ ਸੀ ਅਤੇ ਹੋਰ ਉਹਨਾਂ ਦੀਆਂ ਬਹੁਤ ਸਾਰੀਆਂ ਇਸ ਤਰ੍ਹਾਂ ਦੇ ਨਾਲ ਆਰਥਿਕ ਯੋਜਨਾਵਾਂ ਜਿਹੜੀਆਂ ਫਰਾਂਸ ਵਾਸਤੇ ਤਿਆਰ ਕੀਤੀਆਂ ਗਈਆਂ ਸੀ ਉਹ ਸਾਰੀਆਂ ਜਿਹੜੀਆਂ ਸੀ ਉਹਨਾਂ ਨੂੰ ਲਾਗੂ ਨਹੀਂ ਕੀਤਾ ਜਾ ਸਕਿਆ। 1781 ਈਸਵੀ ਵਿੱਚ ਉਸਨੇ ਰਾਜ ਦੀ ਆਮਦਨ ਅਤੇ ਖਰਚ ਦਾ ਬਿਰਤਾਂਤ ਤਿਆਰ ਕਰਵਾ ਕੇ ਛਪਵਾ ਦਿੱਤਾ ਕਿ ਸਰਕਾਰ ਕਿੰਨੀ ਆਮਦਨ ਕਰਦੀ ਆ ਹਰੇਕ ਸਾਲ ਅਤੇ ਖਰਚਾ ਕਿੰਨਾ ਕਰਦੀ ਆ, ਜਿਹਦੇ ਨਾਲ ਜਦੋਂ ਹੁਣ ਪਬਲਿਸ਼ ਹੋ ਗਿਆ ਸਾਰਾ ਕੁਝ ਤਾਂ ਲੋਕਾਂ ਨੂੰ ਪਤਾ ਲੱਗ ਗਿਆ ਕਿ ਸਰਕਾਰ ਜਿਹੜੀ ਹੈ ਦਰਬਾਰੀਆਂ ਦੇ ਉੱਤੇ ਕਿੰਨਾ ਪੈਸਾ ਖਰਚ ਕਰਦੀ ਹੈ ਅਤੇ ਉਹਨਾਂ ਨੂੰ ਕਦੇ ਪੈਨਸ਼ਨਾਂ ਦਿੰਦੀ ਹੈ, ਕਦੇ ਤਰ੍ਹਾਂ ਦੀ ਗਿਫਟ ਦਿੰਦੀ ਹੈ।
ਸੋ ਇਹਦੇ ਨਾਲ ਕੀ ਹੋ ਗਿਆ ਕਿ ਇਸ ਨਾਲ ਦਰਬਾਰੀ ਤੇ ਕੁਲੀਨ ਜਿਹੜੇ ਸੀ ਉਹ ਨੈਕਰ ਦੇ ਵਿਰੁੱਧ ਹੋ ਗਏ। ਨੈਕਰ ਦੇ ਵਿਰੁੱਧ ਇਸ ਕਰਕੇ ਹੋ ਗਏ ਕਿਉਂਕਿ ਦਰਬਾਰੀਆਂ ਤੇ ਕੁਲੀਨਾਂ ਨੂੰ ਪਤਾ ਲੱਗ ਗਿਆ ਕਿ ਨੈਕਰ ਨੇ ਜਿਹੜੀ ਅਸਲੀਅਤ ਸੀ ਉਹ ਲੋਕਾਂ ਦੇ ਸਾਹਮਣੇ ਲੈ ਆਂਦੀ ਕਿ ਰਾਜਾ ਜਿਹੜਾ ਹੈ ਉਹਨਾਂ ਦੇ ਉੱਤੇ ਕਿੰਨੇ ਪੈਸੇ ਖਰਚ ਕਰਦਾ ਹੈ। ਇਸ ਤੋਂ ਇਲਾਵਾ ਉਹਨਾਂ ਨੇ ਉਸ ਦੇ ਵਿਦੇਸ਼ੀ ਤੇ ਪ੍ਰੋਟੈਸਟੈਂਟ ਹੋਣ ਕਰਕੇ ਉਸ ਦੀ ਨਿੰਦਿਆ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਹਨਾਂ ਦੇ ਵਿਰੋਧ ਕਰਕੇ ਨੈਕਰ ਨੇ ਅਸਤੀਫਾ ਦੇ ਦਿੱਤਾ ਆਪਣੀ ਮਰਜ਼ੀ ਦੇ ਨਾਲ ਹੀ, ਕਿਉਂਕਿ ਉਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਸੀ। ਉਸ ਤੋਂ ਬਾਅਦ ਹੈ ਫਲਿਊਰੀ ਤੇ ਔਰਮੇਸਨ। 1781 ਈਸਵੀ ਤੋਂ 1783 ਈਸਵੀ ਦੌਰਾਨ ਜੌਲੀ ਦੀ ਫਲਿਊਰੀ ਦੇ ਅਤੇ ਦਾ ਔਰਮੇਸਨ ਨਾਮੀ ਦੋ ਵਿੱਤ ਮੰਤਰੀ ਜਿਹੜੇ ਸੀ ਉਹ ਨਿਯੁਕਤ ਕੀਤੇ ਗਏ। ਦੋਨਾਂ ਨੇ ਫਰਾਂਸ ਦੀ ਆਰਥਿਕ ਅਵਸਥਾ ਨੂੰ ਸੁਧਾਰਨ ਦੇ ਕਾਫੀ ਯਤਨ ਕੀਤੇ, ਲੇਕਿਨ ਦੋਨਾਂ ਨੂੰ ਕੋਈ ਸਫਲਤਾ ਪ੍ਰਾਪਤ ਨਹੀਂ ਹੋਈ। ਉਸ ਤੋਂ ਬਾਅਦ ਹੈ ਕੈਲੋਨ। 1783 ਵਿੱਚ ਲੂਈ ਸੋਲਮੇ ਨੇ ਕੈਲੇ ਨੂੰ ਵਿੱਤ ਦਾ ਕੰਟਰੋਲਰ ਨਿਯੁਕਤ ਕੀਤਾ। ਉਸਨੇ ਬਹੁਤ ਸਾਰਾ ਪੈਸਾ ਉਧਾਰ ਲੈ ਕੇ ਰਾਸ਼ਟਰੀ ਕਰਜ਼ੇ ਵਿੱਚ ਹੋਰ ਵੀ ਜ਼ਿਆਦਾ ਵਾਧਾ ਕਰ ਦਿੱਤਾ। ਜਦੋਂ ਸਰਕਾਰ ਨੂੰ ਸਾਰੇ ਪਾਸਿਆਂ ਤੋਂ ਹੋਰ ਜਗ੍ਹਾ ਤੋਂ ਕਰਜ਼ੇ ਮਿਲਣੇ ਬੰਦ ਹੋ ਗਏ ਤਾਂ ਉਸਨੇ ਕੁਲੀਨਾਂ ਉੱਤੇ ਸਿੱਧਾ ਭੂਮੀ ਕਰ ਲਗਾਉਣ ਅਤੇ ਚਰਚ ਦੇ ਸਾਮੰਤੀ ਅਧਿਕਾਰ ਵੇਚਣ ਦਾ ਫੈਸਲਾ ਕੀਤਾ। ਕਿਸ ਨੇ? ਕੈਲੋਨ ਨੇ। ਉਸਨੇ ਫਰਾਂਸ ਦੇ ਵੱਖ-ਵੱਖ ਭਾਗਾਂ ਤੋਂ ਕੁਲੀਨਾਂ ਤੇ ਉੱਚੇ ਦਰਜੇ ਦੇ ਪਾਦਰੀਆਂ ਨੂੰ ਨਾਮਜ਼ਦ ਕਰਕੇ ਇੱਕ ਵਿਸ਼ੇਸ਼ ਸਭਾ ਦਾ ਪ੍ਰਬੰਧ ਕੀਤਾ, ਜਿਹਦੇ ਵਿੱਚ ਉਹਨਾਂ ਨੇ ਵਿਚਾਰ ਕਰਨਾ ਸੀ ਕਿ ਸਾਨੂੰ ਜਿਹੜੇ ਉੱਚ ਵਰਗ ਦੇ ਮੈਂਬਰ ਆ ਉਹਨਾਂ ਉੱਤੇ ਟੈਕਸ ਲਗਾਉਣੇ ਚਾਹੀਦੇ ਆ ਜਾਂ ਨਹੀਂ। ਅਗਰ ਲਗਾਉਣੇ ਚਾਹੀਦੇ ਹਨ ਤਾਂ ਸਾਨੂੰ ਫਿਰ ਕਿਸ ਤਰ੍ਹਾਂ ਦੇ ਲਗਾਉਣੇ ਚਾਹੀਦੇ ਆ। ਕੈਲੋਨ ਨੇ 22 ਫਰਵਰੀ 1787 ਈਸਵੀ ਨੂੰ ਆਪਣੇ ਸੁਝਾਅ ਜਿਹੜੇ ਸੀ ਇਸ ਸਭਾ ਦੇ ਸਾਹਮਣੇ ਰੱਖੇ। ਸਭਾ ਦੇ ਮੈਂਬਰਾਂ ਨੇ ਕੁਲੀਨਾਂ ਦੇ ਉੱਤੇ ਭੂਮੀ ਕਰ ਲਗਾਉਣ ਅਤੇ ਚਰਚ ਦੇ ਅਧਿਕਾਰਾਂ ਨੂੰ ਵੇਚਣ ਦਾ ਇਸ ਸੁਝਾਅ ਦਾ ਜਿਹੜਾ ਸੀ ਉਹ ਕੈਲੋਨ ਦਾ ਵਿਰੋਧ ਕੀਤਾ। ਲੂਈ ਸੋਲਮੇ ਨੇ ਇਹ ਮਹਿਸੂਸ ਕਰਦੇ ਹੋਏ ਕਿ ਕੈਲੋਨ ਹੈ ਜਿਹੜਾ ਉਹ ਸਭਾ ਤੋਂ ਆਪਣੇ ਸੁਝਾਵਾਂ ਦੀ ਮਨਜ਼ੂਰੀ ਨਹੀਂ ਲੈ ਸਕਿਆ, ਇਸ ਕਰਕੇ ਕੈਲੋਨ ਨੂੰ ਵੀ 8 ਅਪ੍ਰੈਲ 1787 ਈਸਵੀ ਨੂੰ ਉਸਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਉਸ ਤੋਂ ਬਾਅਦ ਹੈ ਬ੍ਰਾਇਨ। ਕੈਲੋਨ ਤੋਂ ਬਾਅਦ ਬਾਦਸ਼ਾਹ ਨੇ ਬ੍ਰਾਇਨ ਨੂੰ ਵਿੱਤ ਮੰਤਰੀ ਨਿਯੁਕਤ ਕੀਤਾ। ਵਿਸ਼ਿਸ਼ਟ ਕੁਲੀਨਾਂ ਦੀ ਸਭਾ ਦੇ ਅੱਗੇ ਭੂਮੀ ਕਰ ਤੇ ਸਟੈਂਪ ਟੈਕਸ ਲਗਾਉਣ ਦੇ ਬ੍ਰਾਇਨ ਨੇ ਵੀ ਸੁਝਾਅ ਰੱਖੇ ਸੀਗੇ, ਲੇਕਿਨ ਸਭਾ ਦੇ ਮੈਂਬਰਾਂ ਨੇ ਆਖਿਆ ਕਿ ਸਭਾ ਨੂੰ ਨਵੇਂ ਟੈਕਸ ਪਾਸ ਕਰਨ ਦਾ ਕੋਈ ਅਧਿਕਾਰ ਨਹੀਂ ਹੈਗਾ। ਹੁਣ ਇਹਨਾਂ ਸੁਝਾਵਾਂ ਨੂੰ ਰਾਜੇ ਦੇ ਆਦੇਸ਼ਾਂ ਦੇ ਰੂਪ ਵਿੱਚ ਪੈਰਿਸ ਦੀ ਪਾਰਲੀਮਾ ਪਾਸ ਰਜਿਸਟਰ ਕਰਨ ਲਈ ਭੇਜਿਆ ਗਿਆ। ਪਰੰਤੂ ਕੁਲੀਨਾਂ ਦੀ ਇਸ ਉੱਚ ਅਦਾਲਤ ਨੇ ਵੀ ਇਹਨਾਂ ਸੁਝਾਵਾਂ ਦਾ ਵਿਰੋਧ ਕੀਤਾ ਕਿ ਕੁਲੀਨਾਂ ਦੇ ਉੱਤੇ ਕੋਈ ਤਰ੍ਹਾਂ ਦਾ ਭੂਮੀ ਕਰ ਨਹੀਂ ਲਗਾਉਣਾ ਚਾਹੀਦਾ ਤੇ ਨਾ ਹੀ ਉਹਨਾਂ ਤੋਂ ਕੋਈ ਸਟੈਂਪ ਟੈਕਸ ਲੈਣਾ ਚਾਹੀਦਾ। ਨਤੀਜੇ ਵਜੋਂ ਰਾਜਾ ਤੇ ਪਾਰਲੀਮਾ ਦੋਨਾਂ ਦੇ ਵਿਚਕਾਰ ਝਗੜਾ ਹੋ ਗਿਆ। ਇਸ ਤਰ੍ਹਾਂ ਦੇ ਨਾਲ ਇਸ ਸਮੇਂ ਤੋਂ ਹੀ ਅਸਲ ਵਿੱਚ ਫਰਾਂਸ ਦੀ ਕ੍ਰਾਂਤੀ ਜਿਹੜੀ ਸੀ ਉਹ ਸ਼ੁਰੂ ਹੋ ਗਈ। ਰਾਜੇ ਨੂੰ ਪੈਰਿਸ ਦੀ ਪਾਰਲੀਮਾ ਅੱਗੇ ਝੁਕਣਾ ਪੈ ਗਿਆ। ਪਾਰਲੀਮਾ ਦੇ ਸੁਝਾਅ ਨੂੰ ਮੰਨਦੇ ਹੋਏ ਰਾਜੇ ਨੇ 8 ਅਗਸਤ 1788 ਨੂੰ ਐਲਾਨ ਕੀਤਾ ਕਿ 1 ਮਈ 1799 ਈਸਵੀ ਨੂੰ ਸਟੇਟਸ ਜਨਰਲ ਦੀ ਮੀਟਿੰਗ ਬੁਲਾਈ ਜਾਏਗੀ ਤੇ ਕੁਝ ਦਿਨ ਪਿੱਛੋਂ ਬ੍ਰਾਇਨ ਨੂੰ ਆਪਣੇ ਅਹੁਦੇ ਤੋਂ ਜਿਹੜਾ ਸੀ ਉਹ ਤਿਆਗ ਪੱਤਰ ਦੇਣਾ ਪੈ ਗਿਆ। ਲੂਈ ਸੋਲਮੇ ਨੇ ਨੈਕਰ ਨੂੰ ਦੁਬਾਰਾ ਬੁਲਾ ਕੇ ਉਸ ਨੂੰ ਵਿੱਤ ਮੰਤਰੀ ਨਿਯੁਕਤ ਕਰ ਦਿੱਤਾ। ਨੈਕਰ ਨੇ ਚੋਣਾਂ ਕਰਵਾ ਕੇ ਸਟੇਟਸ ਜਨਰਲ ਦੇ ਸਮਾਗਮ ਦਾ ਪ੍ਰਬੰਧ ਕੀਤਾ। ਸਮਾਗਮ ਦੇ ਹੁੰਦੇ ਸਾਰ ਹੀ ਤੀਸਰਾ ਵਰਗ ਜਿਹੜਾ ਸੀ ਉਹ ਬਾਗੀ ਹੋ ਗਿਆ ਤੇ ਕ੍ਰਾਂਤੀ ਦਾ ਨਵਾਂ ਰੂਪ ਧਾਰਨ ਹੋ ਗਿਆ। ਇਸ ਤਰ੍ਹਾਂ ਨਾਲ ਸਰਕਾਰ ਦਾ ਜਿਹੜਾ ਆਰਥਿਕ ਸੰਕਟ ਸੀ ਉਹ ਕ੍ਰਾਂਤੀ ਦਾ ਤਤਕਾਲੀਨ ਕਾਰਨ ਬਣਿਆ। ਸਟੇਟਸ ਜਨਰਲ ਕੀ ਹੈ, ਇਹਦਾ ਸਮਾਗਮ ਕਿਵੇਂ ਬੁਲਾਇਆ ਗਿਆ ਸੀਗਾ, ਇਹਦੇ ਬਾਰੇ ਆਪਾਂ ਅੱਗੇ ਜਾ ਕੇ ਜਿਹੜਾ ਡਿਟੇਲ ਦੇ ਵਿੱਚ ਪੜਾਂਗੇ। ਹੁਣ ਨੈਕਸਟ ਕੁਐਸਚਨ ਹੈ ਇਹਦੇ ਵਿੱਚ ਹੀ ਕਿ ਕ੍ਰਾਂਤੀ ਹੈ ਜਿਹੜੀ ਉਹ ਫਰਾਂਸ ਦੇ ਵਿੱਚ ਹੀ ਕਿਉਂ ਹੋਈ ਤੇ ਯੂਰਪ ਦੇ ਹੋਰ ਵੀ ਬਹੁਤ ਸਾਰੇ ਮੁਲਕ ਸੀਗੇ ਉੱਥੇ ਕ੍ਰਾਂਤੀ ਕਿਉਂ ਨਹੀਂ ਹੋਈ। ਫਰਾਂਸ ਦੀ ਕ੍ਰਾਂਤੀ ਸਮੇਂ ਯੂਰਪ ਦੇ ਲਗਭਗ ਸਾਰੇ ਦੇਸ਼ਾਂ ਦੀ ਸਮਾਜਿਕ, ਆਰਥਿਕ ਤੇ ਰਾਜਨੀਤਿਕ ਅਵਸਥਾ ਲਗਭਗ ਇੱਕੋ ਜਿਹੀ ਸੀਗੀ। ਕੋਈ ਖਾਸ ਇੰਨਾ ਉਹਨਾਂ ਦੇ ਵਿੱਚ ਜ਼ਿਆਦਾ ਅੰਤਰ ਨਹੀਂ ਸੀਗਾ। ਇੰਗਲੈਂਡ ਨੂੰ ਛੱਡ ਕੇ ਬਾਕੀ ਸਾਰੇ ਯੂਰਪੀ ਪ੍ਰਦੇਸ਼ਾਂ ਦੇ ਵਿੱਚ ਨਿਰੰਕੁਸ਼ ਸ਼ਾਸਨ ਚੱਲ ਰਿਹਾ ਸੀ, ਸਾਮੰਤਵਾਦੀ ਪ੍ਰਥਾ ਦੇ ਉੱਤੇ ਆਧਾਰਿਤ ਸੀ, ਜੋ ਕਿ ਕ੍ਰਾਂਤੀ ਦੇ ਮੂਲ ਕਾਰਨ ਮੰਨੇ ਜਾਂਦੇ ਹਨ। ਤਾਂ ਫਿਰ ਕ੍ਰਾਂਤੀ ਕਿਸੇ ਹੋਰ ਦੇਸ਼ ਦੀ ਬਜਾਏ ਫਰਾਂਸ ਦੇ ਵਿੱਚ ਹੀ ਕਿਉਂ ਹੋਈ, ਇਸ ਦੇ ਬਹੁਤ ਸਾਰੇ ਕਾਰਨ ਸੀਗੇ। ਇਹਦੇ ਬਾਰੇ ਪੜਾਂਗੇ। ਪਹਿਲੇ ਨੰਬਰ ਤੇ ਹੈ ਫਰਾਂਸ ਵਿੱਚ ਨਵਾਂ ਕੁਲੀਨ ਵਰਗ ਤੇ ਪਾਰਲੀਮਾ। ਇਹ ਆਪਾਂ ਡਿਟੇਲ ਦੇ ਵਿੱਚ ਪੜ੍ਹਿਆ ਸੀ ਪਹਿਲਾਂ। ਦੂਸਰੇ ਯੂਰਪੀ ਦੇਸ਼ਾਂ ਵਿੱਚ ਪੁਰਾਣੇ ਸਾਮੰਤ ਹੀ ਕੁਲੀਨ ਹੁੰਦੇ ਸੀਗੇ, ਪਰੰਤੂ ਫਰਾਂਸ ਦੇ ਵਿੱਚ ਸਿਚੁਏਸ਼ਨ ਜਿਹੜੀ ਸੀ ਉਹ ਚੇਂਜ ਹੋ ਗਈ ਸੀਗੀ। ਲੂਈ 14ਵੇਂ ਦੇ ਸਮੇਂ ਤੋਂ ਹੀ ਨਵਾਂ ਕੁਲੀਨ ਵਰਗ ਹੋਂਦ ਵਿੱਚ ਆ ਗਿਆ ਸੀ। ਇਹਦੇ ਬਾਰੇ ਆਪਾਂ ਪੜ੍ਹਿਆ ਸੀਗਾ ਕਿ ਨਵੇਂ ਕੁਲੀਨ ਕਿਹੜੇ ਸੀਗੇ, ਜਿਨ੍ਹਾਂ ਨੇ ਸਰਕਾਰੀ ਅਹੁਦਿਆਂ ਨੂੰ ਖਰੀਦ ਲਿਆ ਸੀਗਾ, ਜਿਨ੍ਹਾਂ ਨੇ ਜ਼ਮੀਨਾਂ ਖਰੀਦ ਲਈਆਂ ਸੀ ਸਰਕਾਰ ਕੋਲੋਂ, ਸਮਰਾਟ ਦੇ ਕੋਲੋਂ ਇਹਨਾਂ ਨੂੰ ਵਿਸ਼ੇਸ਼ ਅਧਿਕਾਰ ਵੀ ਜਿਹੜੇ ਸੀ ਪ੍ਰਾਪਤ ਹੋ ਗਏ ਤੇ ਨਵੇਂ ਕਿਸਮ ਦੇ ਕੱਪੜੇ ਪਾਉਂਦੇ ਸੀਗੇ, ਜਿਸ ਕਰਕੇ ਇਹਨਾਂ ਨੂੰ ਨਵੇਂ ਕੁਲੀਨ ਜਾਂ ਨਵੇਂ ਬਸਤਰ ਦੇ ਕੁਲੀਨ ਕਿਹਾ ਜਾਂਦਾ ਸੀਗਾ। ਤੇ ਇਹ ਲੋਕ ਕਿੱਥੇ ਕੰਮ ਕਰਦੇ ਸੀ? ਫਰਾਂਸ ਵਿੱਚ ਜਿਹੜੀਆਂ 13 ਉੱਚ ਅਦਾਲਤਾਂ ਸੀਗੀਆਂ, ਇਹਨਾਂ ਦੇ ਵਿੱਚ ਇਹ ਲੋਕ ਜੱਜ ਲੱਗ ਗਏ। ਇਹਨਾਂ 13 ਅਦਾਲਤਾਂ ਦੇ ਵਿੱਚੋਂ ਪੈਰਿਸ ਵਾਲੀ ਜਿਹੜੀ ਅਦਾਲਤ ਸੀ ਉਹ ਸਭ ਤੋਂ ਜ਼ਿਆਦਾ ਫੇਮਸ ਸੀਗੀ। ਲੂਈ 15ਵੇਂ ਤੇ ਲੂਈ 16ਵੇਂ ਦੇ ਸਮੇਂ ਪੈਰਿਸ ਵਾਲੀ ਪਾਰਲੀਮਾ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਹੋ ਗਈ। ਇਸਨੇ ਬਾਦਸ਼ਾਹ ਦੀ ਸ਼ਕਤੀ ਨੂੰ ਵੰਗਾਰਨਾ ਸ਼ੁਰੂ ਕਰ ਦਿੱਤਾ, ਉਸਦੀ ਸ਼ਕਤੀ ਉੱਤੇ ਕੰਟਰੋਲ ਲਗਾਉਣਾ ਸ਼ੁਰੂ ਕਰਤਾ, ਉਸ ਤੋਂ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਰਾਜੇ ਦੇ ਸਾਰੇ ਆਦੇਸ਼ਾਂ ਤੇ ਨੀਤੀ ਸੰਬੰਧੀ ਮਹੱਤਵਪੂਰਨ ਕੰਮਾਂ ਨੂੰ ਪੈਰਿਸ ਦੀ ਪਾਰਲੀਮਾ ਹੀ ਰਜਿਸਟਰ ਕਰਦੀ ਸੀ ਅਤੇ ਰਾਜਾ ਅਗਰ ਜੇ ਕੋਈ ਅਨੁਚਿਤ ਕੰਮ ਕਰਦਾ ਸੀ ਤਾਂ ਉਸ ਦਾ ਵਿਰੋਧ ਵੀ ਕਰ ਸਕਦੀ ਸੀ। ਲੂਈ 16ਵੇਂ ਤੇ ਉਸਦੇ ਵਿੱਤ ਮੰਤਰੀਆਂ ਦੀਆਂ ਜਿੰਨੀਆਂ ਵੀ ਆਰਥਿਕ ਯੋਜਨਾਵਾਂ ਸੀ ਉਹਨਾਂ ਸਾਰਿਆਂ ਨੂੰ ਅਸਫਲ ਕਰਨ ਵਾਲੀ ਪੈਰਿਸ ਦੀ ਪਾਰਲੀਮਾ ਹੀ ਸੀਗੀ, ਕਿਉਂਕਿ ਇਹ ਕਿਸੇ ਵੀ ਯੋਜਨਾ ਨੂੰ ਪਾਸ ਨਹੀਂ ਸੀ ਕਰਦੀ, ਕਿਸੇ ਵੀ ਯੋਜਨਾ ਨੂੰ
ਪਾਸ ਹੋਣ ਦਾ ਹੁਕਮ ਨਹੀਂ ਸੀ ਦਿੰਦੀ। ਸਭ ਤੋਂ ਪਹਿਲਾਂ ਪਾਰਲੀਮੈਂਟ ਨੇ ਹੀ ਬਾਦਸ਼ਾਹ ਦਾ ਵਿਰੋਧ ਕਰਕੇ ਕ੍ਰਾਂਤੀ ਸ਼ੁਰੂ ਕੀਤੀ। ਉਸ ਦੇ ਕਹਿਣ 'ਤੇ ਹੀ ਬਾਦਸ਼ਾਹ ਨੂੰ ਸਟੇਟਸ ਜਨਰਲ ਦਾ ਸਮਾਗਮ ਬੁਲਾਉਣ ਲਈ ਮਜਬੂਰ ਹੋਣਾ ਪਿਆ। ਜੇਕਰ ਪਾਰਲੀਮੈਂਟ ਨਾ ਹੁੰਦੀ ਪੈਰਿਸ ਵਾਲੀ ਤਾਂ ਸ਼ਾਇਦ ਫਰਾਂਸ ਦੇ ਵਿੱਚ ਕ੍ਰਾਂਤੀ ਨਾ ਹੁੰਦੀ। ਸੈਕਿੰਡ ਹੈ ਫਰਾਂਸ ਦੀ ਦੋਸ਼ਪੂਰਨ ਸ਼ਾਸਨ ਵਿਵਸਥਾ। ਇਸ ਬਾਰੇ ਆਪਾਂ ਪਹਿਲਾਂ ਵੀ ਪੜ੍ਹਿਆ ਸੀ ਕਿ ਫਰਾਂਸ ਦੀ ਸ਼ਾਸਨ ਵਿਵਸਥਾ ਜਿਹੜੀ ਸੀ ਉਹ ਯੂਰਪ ਦੇ ਦੂਸਰੇ ਮੁਲਕਾਂ ਦੇ ਨਾਲੋਂ ਕਾਫੀ ਜ਼ਿਆਦਾ ਵਿਗੜੀ ਹੋਈ ਸੀ। ਫਰਾਂਸ ਦੇ ਬਾਦਸ਼ਾਹ ਤਾਂ ਆਪਣੇ ਐਸ਼ੋ ਆਰਾਮ ਦੇ ਵਿੱਚ ਹੀ ਲੱਗੇ ਰਹਿੰਦੇ ਸੀਗੇ, ਪ੍ਰਜਾ ਦੀ ਭਲਾਈ ਵੱਲ ਕੋਈ ਵੀ ਧਿਆਨ ਨਹੀਂ ਸੀ ਦਿੰਦਾ। ਕੇਂਦਰੀ ਤੇ ਸਥਾਨਕ ਲੈਵਲ ਦੇ ਉੱਤੇ ਜਿੰਨੇ ਵੀ ਅਧਿਕਾਰੀ ਕੰਮ ਕਰਦੇ ਸੀਗੇ ਉਹਨਾਂ ਨੂੰ ਨਾ ਤਾਂ ਆਪਣੇ ਅਧਿਕਾਰਾਂ ਬਾਰੇ ਅਤੇ ਨਾ ਹੀ ਆਪਣੇ ਡਿਊਟੀਜ਼ ਬਾਰੇ ਕੋਈ ਕਲੈਰੀਫਿਕੇਸ਼ਨ ਨਹੀਂ ਸੀਗਾ, ਜਿਸ ਕਰਕੇ ਆਮ ਤੌਰ 'ਤੇ ਅਯੋਗ ਤੇ ਭ੍ਰਿਸ਼ਟਾਚਾਰੀ ਹੁੰਦੇ ਸੀ, ਆਪਣੀ ਡਿਊਟੀ ਨੂੰ ਸਹੀ ਤਰੀਕੇ ਦੇ ਨਾਲ ਨਹੀਂ ਕਰਦੇ ਸੀਗੇ। ਗਰੀਬ ਕਿਸਾਨਾਂ ਤੇ ਦੂਸਰੇ ਸਧਾਰਨ ਲੋਕਾਂ ਕੋਲੋਂ ਭਾਰੀ ਟੈਕਸ ਵਸੂਲ ਕੀਤੇ ਜਾਂਦੇ ਸੀ। ਅਮੀਰ ਕੁਲੀਨਾਂ ਤੇ ਪਾਦਰੀਆਂ ਦੇ ਕੋਲੋਂ ਕੋਈ ਵੀ ਟੈਕਸ ਨਹੀਂ ਸੀ ਲਿਆ ਜਾਂਦਾ। ਸਾਰੇ ਦੇਸ਼ ਵਿੱਚ ਬਹੁਤ ਤਰ੍ਹਾਂ ਦੇ ਕਾਨੂੰਨ ਚੱਲ ਰਹੇ ਸੀ। ਅਦਾਲਤਾਂ ਦੇ ਅਧਿਕਾਰ ਨਿਸ਼ਚਿਤ ਨਹੀਂ ਸੀਗੇ। ਨਿਆਂਧੀਸ਼ ਆਪਣਾ ਕੰਮ ਸਹੀ ਤਰੀਕੇ ਨਾਲ ਨਹੀਂ ਸੀ ਕਰ ਰਹੇ। ਸਾਮੰਤਾਂ ਤੇ ਸਰਕਾਰੀ ਕਰਮਚਾਰੀਆਂ ਵੱਲੋਂ ਲੋਕਾਂ ਦਾ ਸ਼ੋਸ਼ਣ ਕੀਤਾ ਜਾਂਦਾ ਸੀਗਾ। ਇਸ ਤਰ੍ਹਾਂ ਦੀ ਦੋਸ਼ਪੂਰਨ ਸ਼ਾਸਨ ਵਿਵਸਥਾ ਵੀ ਜਿਹੜੀ ਸੀ ਕ੍ਰਾਂਤੀ ਦਾ ਵੱਡਾ ਕਾਰਨ ਬਣੀ। ਤੀਸਰਾ ਹੈ ਫਰਾਂਸੀਸੀ ਬਾਦਸ਼ਾਹ ਦੀ ਅਯੋਗਤਾ ਤੇ ਨਿਰਬਲਤਾ। ਕ੍ਰਾਂਤੀ ਹੋਣ ਦਾ ਇੱਕ ਹੋਰ ਮੇਨ ਕਾਰਨ ਸੀ ਫਰਾਂਸ ਦਾ ਲਾਸਟ ਵਾਲਾ ਬਾਦਸ਼ਾਹ ਲੂਈ 16ਵਾਂ, ਜਿਹੜਾ ਕਿ ਅਯੋਗ ਸੀਗਾ ਤੇ ਨਿਰਬਲ ਸੀਗਾ। ਉਸ ਵਿੱਚ ਰਾਜਨੀਤਿਕ ਸੂਝ-ਬੂਝ ਦੀ ਘਾਟ ਸੀ। ਉਸ ਨੂੰ ਦ੍ਰਿੜ ਹੋ ਕੇ ਫੈਸਲੇ ਨਹੀਂ ਸੀ ਲੈਣੇ ਆਉਂਦੇ। ਉਹ ਜਿੰਨੇ ਵੀ ਫੈਸਲੇ ਲੈਂਦਾ ਸੀ ਆਪਣੀ ਪਤਨੀ ਦੇ ਪ੍ਰਭਾਵ ਵਿੱਚ ਆ ਕੇ ਲੈਂਦਾ ਸੀ। ਉਸਨੇ ਬਹੁਤ ਸਾਰੀਆਂ ਗਲਤੀਆਂ ਕਰ ਦਿੱਤੀਆਂ, ਜਿਸ ਕਰਕੇ ਫਰਾਂਸ ਦੇ ਵਿੱਚ ਕ੍ਰਾਂਤੀ ਜਿਹੜੀ ਸੀ ਉਹ ਜ਼ਰੂਰੀ ਹੋ ਗਈ। ਲੂਈ 15ਵੇਂ ਦੇ ਸ਼ਾਸਨ ਕਾਲ ਵਿੱਚ ਪੈਰਿਸ ਦੀ ਪਾਰਲੀਮੈਂਟ ਨੂੰ ਖਤਮ ਕਰ ਦਿੱਤਾ ਗਿਆ ਸੀ, ਲੇਕਿਨ ਲੂਈ 16ਵੇਂ ਨੇ ਜਿਹੜਾ ਸੀਗਾ ਇਸ ਨੂੰ ਦੁਬਾਰਾ ਤੋਂ ਬਹਾਲ ਕੀਤਾ ਤੇ ਉਸ ਤੋਂ ਬਾਅਦ ਲੂਈ 16ਵਾਂ ਪਾਰਲੀਮੈਂਟ ਨੂੰ ਨਾ ਤਾਂ ਆਪਣੇ ਪੱਖ ਵਿੱਚ ਕਰ ਸਕਿਆ ਤੇ ਨਾ ਹੀ ਇਸ ਦੀ ਸ਼ਕਤੀ ਨੂੰ ਉਹ ਕੰਟਰੋਲ ਵਿੱਚ ਕਰ ਸਕਿਆ। ਉਸਨੇ ਆਪਣੇ ਸਿਆਣੇ ਵਿੱਤ ਮੰਤਰੀਆਂ ਨੂੰ ਵੀ ਕੋਈ ਸਹਿਯੋਗ ਨਹੀਂ ਦਿੱਤਾ। ਮਹਾਰਾਣੀ ਦੇ ਕਹਿਣ ਦੇ ਉੱਤੇ ਇੱਕ ਤੋਂ ਬਾਅਦ ਦੂਜੇ ਤੋਂ ਬਾਅਦ ਤੀਸਰੇ ਨੂੰ ਉਹ ਬਾਰ-ਬਾਰ ਅਹੁਦੇ ਤੋਂ ਹਟਾਉਂਦਾ ਗਿਆ ਤੇ ਨਵੇਂ ਵਿੱਤ ਮੰਤਰੀਆਂ ਨੂੰ ਭਰਤੀ ਕਰਦਾ ਰਿਹਾ। ਆਪਣੀ ਯੋਗਤਾ ਤੇ ਨਿਰਬਲਤਾ ਕਰਕੇ ਸ਼ਾਸਨ ਪ੍ਰਬੰਧ ਵਿੱਚ ਕੋਈ ਸੁਧਾਰ ਨਹੀਂ ਕਰ ਸਕਿਆ। ਕ੍ਰਾਂਤੀਕਾਰੀ ਪ੍ਰਸਥਿਤੀਆਂ ਉੱਤੇ ਕੋਈ ਕਾਬੂ ਨਹੀਂ ਪਾ ਸਕਿਆ। ਇਸ ਤਰ੍ਹਾਂ ਦੇ ਨਾਲ ਲਿਓਗੁਰ ਸ਼ਾਇਦ ਦੇ ਕਥਨ ਅਨੁਸਾਰ ਜੇਕਰ ਲੂਈ 16ਵਾਂ ਇੱਕ ਮਹਾਨ ਸ਼ਾਸਕ ਰੋਲ ਦਾ ਅਦਾ ਕਰਨ ਦੇ ਯੋਗ ਹੁੰਦਾ ਤਾਂ ਫਰਾਂਸ ਜਿਹੜਾ ਸੀ ਇਸ ਮਹਾਨ ਕ੍ਰਾਂਤੀ ਤੋਂ ਬਚ ਸਕਦਾ ਸੀ। ਫੋਰਥ ਹੈ ਫਰਾਂਸੀਸੀ ਕਿਸਾਨਾਂ ਦੀ ਵਿਸ਼ੇਸ਼ ਅਵਸਥਾ। ਫਰਾਂਸੀਸੀ ਕ੍ਰਾਂਤੀ ਤੋਂ ਪਹਿਲਾਂ ਸਮੁੱਚੇ ਤੌਰ 'ਤੇ ਫਰਾਂਸ ਦੇ ਕਿਸਾਨਾਂ ਦੀ ਅਵਸਥਾ ਰੂਸ, ਇਟਲੀ, ਸਪੇਨ, ਜਰਮਨੀ, ਆਇਰਲੈਂਡ, ਪੋਲੈਂਡ ਆਦਿ ਦੇ ਕਿਸਾਨਾਂ ਨਾਲੋਂ ਕਾਫੀ ਚੰਗੀ ਸੀਗੀ। ਉਹ ਸਰਕਾਰ ਨੂੰ, ਸਾਮੰਤਾਂ ਨੂੰ, ਚਰਚ ਨੂੰ ਬਹੁਤ ਤਰ੍ਹਾਂ ਦੇ ਟੈਕਸ ਦਿੰਦੇ ਸੀਗੇ। ਆਪਣੀ ਆਰਥਿਕ ਅਵਸਥਾ ਚੰਗੀ ਹੋਣ ਕਰਕੇ ਫਰਾਂਸ ਦੇ ਕਿਸਾਨਾਂ ਵਿੱਚ ਕਾਫੀ ਜਾਗਰਤੀ ਆ ਗਈ ਸੀ ਔਰ ਉਹ ਸਾਮੰਤਾਂ ਅਤੇ ਕੁਲੀਨਾਂ ਦੇ ਵਿਸ਼ੇਸ਼ ਅਧਿਕਾਰਾਂ ਨੂੰ ਪੂਰਨ ਤੌਰ 'ਤੇ ਖਤਮ ਕਰਨਾ ਚਾਹੁੰਦੇ ਸੀ। ਇਸੇ ਕਰਕੇ ਉਹਨਾਂ ਨੇ ਕ੍ਰਾਂਤੀ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਜੇਕਰ ਕਿਸਾਨਾਂ ਦੀ ਹਾਲਤ ਫਰਾਂਸ ਵਿੱਚ ਮਾੜੀ ਹੁੰਦੀ ਤਾਂ ਉਹਨਾਂ ਵਿੱਚ ਨਾ ਤਾਂ ਜਾਗਰਤੀ ਆਉਣੀ ਸੀ, ਨਾ ਹੀ ਉਹਨਾਂ ਨੇ ਕ੍ਰਾਂਤੀ ਵਿੱਚ ਹਿੱਸਾ ਲੈਣਾ ਸੀਗਾ। ਸੋ ਗਰੀਬੀ ਕਾਰਨ ਕਹਿੰਦੇ ਹਨ ਕਿ ਫਸਾਦ ਤਾਂ ਹੋ ਸਕਦੇ ਹਨ, ਪਰੰਤੂ ਕਦੇ ਵੀ ਕ੍ਰਾਂਤੀ ਪੈਦਾ ਨਹੀਂ ਹੁੰਦੀ। ਜੇਕਰ ਕਿਸਾਨ ਜਾਗਰੂਕ ਹੋਣ ਤਾਂ ਹੀ ਕ੍ਰਾਂਤੀ ਆਉਂਦੀ ਹੈ ਕਿਸੇ ਮੁਲਕ ਦੇ ਵਿੱਚ। ਉਸ ਤੋਂ ਬਾਅਦ ਹੈ ਫਰਾਂਸੀਸੀ ਮੱਧ ਸ਼੍ਰੇਣੀ ਦਾ ਯੋਗਦਾਨ। ਮੱਧ ਸ਼੍ਰੇਣੀ ਦੇ ਵਿੱਚ ਕਿਹੜੇ ਲੋਕ ਆਉਂਦੇ ਆ? ਵਪਾਰੀ, ਸ਼ਾਹੂਕਾਰ, ਉਦਯੋਗਪਤੀ, ਵਕੀਲ, ਡਾਕਟਰ, ਅਧਿਆਪਕ। ਇੰਗਲੈਂਡ ਨੂੰ ਛੱਡ ਕੇ ਕਿਸੇ ਵੀ ਹੋਰ ਯੂਰਪੀ ਦੇਸ਼ ਵਿੱਚ ਇਸ ਤਰ੍ਹਾਂ ਦੀ ਮੱਧ ਸ਼੍ਰੇਣੀ ਦਾ ਉਭਾਰ ਅਜੇ ਤੱਕ ਨਹੀਂ ਹੋਇਆ ਸੀ, ਲੇਕਿਨ ਫਰਾਂਸ ਦੇ ਸਮਾਜ ਵਿੱਚ ਇਹ ਮੱਧ ਸ਼੍ਰੇਣੀ ਦਾ ਉਭਾਰ ਹੋ ਚੁੱਕਾ ਸੀ। ਇਸ ਸ਼੍ਰੇਣੀ ਦੇ ਲੋਕ ਬੜੇ ਖੁਸ਼ਹਾਲ, ਪੜ੍ਹੇ ਲਿਖੇ ਤੇ ਸੂਝਵਾਨ ਸੀਗੇ ਔਰ ਇਹਨਾਂ ਨੇ ਬਾਅਦ ਵਿੱਚ ਇਹਨਾਂ ਸੂਝਵਾਨ ਲੋਕਾਂ ਨੇ ਹੀ ਬਾਦਸ਼ਾਹ ਅਤੇ ਕੁਲੀਨਾਂ ਦੇ ਵਿਰੁੱਧ ਕ੍ਰਾਂਤੀ ਦੀ ਅਗਵਾਈ ਕੀਤੀ ਅਤੇ ਇਸ ਕ੍ਰਾਂਤੀ ਨੂੰ ਸਫਲ ਬਣਾਉਣ ਦੇ ਵਿੱਚ ਇਹਨਾਂ ਨੇ ਆਪਣਾ ਵੱਡਾ ਯੋਗਦਾਨ ਪਾਇਆ। ਤੇ ਕਈ ਇਤਿਹਾਸਕਾਰ ਤਾਂ ਇਹ ਵੀ ਕਹਿੰਦੇ ਆ ਕਿ ਜੇਕਰ ਫਰਾਂਸ ਦੇ ਵਿੱਚ ਮੱਧ ਸ਼੍ਰੇਣੀ ਨਾ ਹੁੰਦੀ ਤਾਂ ਇਹ ਕ੍ਰਾਂਤੀ ਜਿਹੜੀ ਸੀ ਉਹ ਸੰਭਵ ਨਹੀਂ ਹੋਣੀ ਸੀਗੀ। ਉਸ ਤੋਂ ਬਾਅਦ ਫਰਾਂਸੀਸੀ ਫਿਲਾਸਫਰਾਂ ਤੇ ਲੇਖਕਾਂ ਦਾ ਪ੍ਰਭਾਵ ਕੀ ਸੀਗਾ, ਇਹਦੇ ਬਾਰੇ ਵੀ ਆਪਾਂ ਪਹਿਲਾਂ ਡਿਟੇਲ ਵਿੱਚ ਪੜ੍ਹਿਆ ਕਿ ਫਰਾਂਸ ਦੇ ਵਿੱਚ ਬਹੁਤ ਸਾਰੇ ਫਿਲਾਸਫਰ ਤੇ ਲੇਖਕ ਹੋਏ, ਜਿਵੇਂ ਕਿ ਮੌਂਤੈਸਕਿਊ, ਵੋਲਟੇਅਰ, ਰੂਸੋ, ਦਿਦਰੋ, ਕਵੇਸਨੋ ਆਦਿ। ਇਹਨਾਂ ਨੇ ਆਪਣੇ ਵਿਚਾਰਾਂ, ਆਪਣੀਆਂ ਪੁਸਤਕਾਂ ਤੇ ਲੇਖਾਂ ਰਾਹੀਂ ਉਦਾਰ ਵਿਚਾਰਾਂ ਦਾ ਫਰਾਂਸ ਵਿੱਚ ਪ੍ਰਚਾਰ ਕੀਤਾ, ਜਿਸ ਕਰਕੇ ਪੜ੍ਹੇ ਲਿਖੇ ਲੋਕਾਂ ਦੇ ਉੱਤੇ ਡੂੰਘਾ ਪ੍ਰਭਾਵ ਪਿਆ ਤੇ ਉਹਨਾਂ ਵਿੱਚ ਜਾਗਰਤੀ ਆਈ ਤੇ ਉਹ ਕ੍ਰਾਂਤੀ ਵਾਸਤੇ ਜਿਹੜਾ ਸੀ ਉਹ ਤਿਆਰ ਹੋ ਗਏ। ਅਮਰੀਕੀ ਸੁਤੰਤਰਤਾ ਦਾ ਪ੍ਰਭਾਵ 1776 ਵਿੱਚ ਅਮਰੀਕੀ ਬਸਤੀਆਂ ਨੇ ਇੰਗਲੈਂਡ ਦੇ ਵਿਰੁੱਧ ਵਿਦਰੋਹ ਕਰ ਦਿੱਤਾ ਸੀ, ਕਿਉਂਕਿ ਇੰਗਲੈਂਡ ਨੇ ਅਮਰੀਕੀ ਬਸਤੀਆਂ ਜਿਹੜੀਆਂ ਸੀ ਆਪਣੇ ਕੰਟਰੋਲ ਵਿੱਚ ਕੀਤੀਆਂ ਹੋਈਆਂ ਸੀ। ਕਦੇ ਅਮਰੀਕਾ ਵੀ ਜਿਹੜਾ ਸੀਗਾ ਉਹ ਇੰਗਲੈਂਡ ਦਾ ਗੁਲਾਮ ਹੁੰਦਾ ਸੀਗਾ। ਇਸ ਕਰਕੇ ਅਮਰੀਕਾ ਦੀਆਂ ਬਸਤੀਆਂ ਦੇ ਲੋਕਾਂ ਨੇ ਜਿਹੜਾ ਸੀ ਇੰਗਲੈਂਡ ਦੇ ਵਿਰੁੱਧ ਸੁਤੰਤਰਤਾ ਵਾਸਤੇ ਯੁੱਧ ਹੈ ਜਿਹੜਾ ਅੰਦੋਲਨ ਹੈ ਉਹ ਸ਼ੁਰੂ ਕਰ ਦਿੱਤਾ ਸੀ। ਇਸ ਯੁੱਧ ਦੇ ਵਿੱਚ ਭਾਗ ਲੈਣ ਵਾਸਤੇ ਫਰਾਂਸ ਤੋਂ ਵੀ ਬਹੁਤ ਸਾਰੇ ਸੈਨਿਕ ਅਮਰੀਕਾ ਭੇਜੇ ਗਏ ਸੀਗੇ। ਇਹਨਾਂ ਸੈਨਿਕਾਂ ਨੇ ਅਮਰੀਕੀ ਲੋਕਾਂ ਦੀ ਇੰਗਲੈਂਡ ਦੇ ਵਿਰੁੱਧ ਸੰਘਰਸ਼ ਕਰਨ ਵਿੱਚ ਬਹੁਤ ਜ਼ਿਆਦਾ ਮਦਦ ਕੀਤੀ ਸੀ। ਜਦੋਂ ਅਮਰੀਕਾ ਨੂੰ ਸੁਤੰਤਰਤਾ ਪ੍ਰਾਪਤ ਹੋ ਗਈ ਤਾਂ ਉਸ ਤੋਂ ਬਾਅਦ ਜਦੋਂ ਇਹ ਸੈਨਿਕ ਵਾਪਸ ਆਪਣੇ ਮੁਲਕ ਫਰਾਂਸ ਵਿੱਚ ਆਏ ਤਾਂ ਉਹਨਾਂ ਨੂੰ ਇਹ ਸੋਚ ਕੇ ਬੜੀ ਨਿਰਾਸ਼ਾ ਹੋਈ ਕਿ ਉਹਨਾਂ ਨੇ ਇੰਨੇ ਦੂਰ ਬੈਠੇ ਅਮਰੀਕੀਆਂ ਨੂੰ ਤਾਂ ਇੰਗਲੈਂਡ ਤੋਂ ਆਜ਼ਾਦ ਕਰਵਾ ਲਿਆ, ਪਰੰਤੂ ਉਹਨਾਂ ਦੇ ਆਪਣੇ ਦੇਸ਼ ਵਾਸੀ ਜਿਹੜੇ ਹਜੇ ਤੱਕ ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਜਕੜੇ ਹੋਏ ਆ। ਸਿੱਟੇ ਵਜੋਂ ਦੋਸ਼ਪੂਰਨ ਫਰਾਂਸੀਸੀ ਸ਼ਾਸਨ ਤੋਂ ਅਸੰਤੁਸ਼ਟ ਸੈਨਿਕਾਂ ਨੇ ਕ੍ਰਾਂਤੀਕਾਰੀਆਂ ਦਾ ਸਾਥ ਦੇਣ ਦਾ ਫੈਸਲਾ ਕਰ ਲਿਆ, ਜਿਸ ਕਰਕੇ ਫਰਾਂਸ ਦੀ ਕ੍ਰਾਂਤੀ ਦੇ ਆਰੰਭ ਤੇ ਇਸ ਦੀ ਸਫਲਤਾ ਨੂੰ ਉਹਨਾਂ ਨੇ ਯਕੀਨੀ ਬਣਾਇਆ। ਉਸ ਤੋਂ ਬਾਅਦ ਹੈ ਆਰਥਿਕ ਸੰਕਟ, ਜਿਹਦੇ ਬਾਰੇ ਹੁਣੇ ਆਪਾਂ ਡਿਟੇਲ ਵਿੱਚ ਕਰਕੇ ਹਟੇ ਹਾਂ।
18ਵੀਂ ਸਦੀ ਵਿੱਚ ਫਰਾਂਸ ਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਗਿਆ ਸੀ। ਲੂਈ 14ਵੇਂ ਤੇ ਲੂਈ 15ਵੇਂ ਨੇ ਆਪਣੇ ਵਿਦੇਸ਼ੀ ਯੁੱਧਾਂ, ਰਾਜ ਮਹਿਲ, ਰਾਜ ਦਰਬਾਰ ਉੱਤੇ ਇੰਨਾ ਪੈਸਾ ਖਰਚ ਕਰ ਦਿੱਤਾ, ਸਰਕਾਰ ਨੂੰ ਕਰੋੜਾਂ ਦੀ ਰਕਮ ਜਿਹੜੀ ਸੀ ਉਹ ਕਰਜ਼ੇ ਦੇ ਰੂਪ ਵਿੱਚ ਲੈਣੀ ਪੈ ਗਈ। ਲੂਈ 16ਵੇਂ ਦੇ ਸ਼ਾਸਨ ਕਾਲ ਵਿੱਚ ਆਰਥਿਕ ਅਵਸਥਾ ਹੋਰ ਵੀ ਖਰਾਬ ਹੋ ਗਈ ਸੀਗੀ। ਦਰਬਾਰ ਦੇ ਉੱਤੇ ਬਹੁਤ ਸਾਰਾ ਪੈਸਾ ਖਰਚ ਕੀਤਾ ਜਾਂਦਾ ਸੀ। ਉਸ ਦੀ ਪਤਨੀ ਵੀ ਬਹੁਤ ਜ਼ਿਆਦਾ ਖਰਚੀਲੀ ਸੀਗੀ। ਉਹ ਆਪਣੀ ਕਿਰਪਾ ਪਾਤਰਾਂ ਉੱਤੇ ਬਹੁਤ ਸਾਰਾ ਪੈਸਾ ਖਰਚ ਕਰਦੀ ਸੀਗੀ। ਅਮਰੀਕਾ ਦੀ ਆਜ਼ਾਦੀ ਦੀ ਜੰਗ ਵਿੱਚ ਸ਼ਾਮਿਲ ਹੋਣ ਕਰਕੇ ਵੀ ਫਰਾਂਸ ਨੂੰ ਬਹੁਤ ਸਾਰਾ ਪੈਸਾ ਖਰਚ ਕਰਨਾ ਪਿਆ। ਲੂਈ 16ਵੇਂ ਦੇ ਵਿੱਤ ਮੰਤਰੀਆਂ ਨੇ ਇਸ ਆਰਥਿਕ ਅਵਸਥਾ ਨੂੰ ਸੁਧਾਰਨ ਵਾਸਤੇ ਬਹੁਤ ਸਾਰੀਆਂ ਯੋਜਨਾਵਾਂ ਬਣਾਈਆਂ, ਲੇਕਿਨ ਪੈਰਿਸ ਦੀ ਪਾਰਲੀਮੈਂਟ ਨੇ ਅਤੇ ਕੋਲੀਨਾ ਨੇ ਤੇ ਸਾਮੰਤਾਂ ਨੇ ਕੋਈ ਵੀ ਯੋਜਨਾ ਜਿਹੜੀ ਸੀ ਉਹ ਸਫਲ ਨਹੀਂ ਹੋਣ ਦਿੱਤੀ, ਜਿਸ ਕਰਕੇ ਸਾਰੀਆਂ ਯੋਜਨਾਵਾਂ ਫੇਲ ਹੋ ਗਈਆਂ। ਉਸ ਤੋਂ ਬਾਅਦ ਪਾਰਲੀਮੈਂਟ ਦਾ ਬਾਦਸ਼ਾਹ ਦੇ ਨਾਲ ਝਗੜਾ ਹੋ ਗਿਆ। ਅੰਤ ਵਿੱਚ ਬਾਦਸ਼ਾਹ ਨੂੰ ਸਟੇਟਸ ਜਨਰਲ ਦਾ ਮਜਬੂਰ ਹੋ ਕੇ ਸਮਾਗਮ ਬੁਲਾਉਣਾ ਪਿਆ। ਇਸ ਤਰ੍ਹਾਂ ਆਰਥਿਕ ਸੰਕਟ ਜਿਹੜਾ ਸੀ ਉਹ ਇਸ ਕ੍ਰਾਂਤੀ ਦਾ ਤਤਕਾਲੀਨ ਕਾਰਨ ਸਿੱਧ ਹੋਇਆ। ਅਜਿਹਾ ਆਰਥਿਕ ਸੰਕਟ ਦੂਸਰੇ ਯੂਰਪੀ ਦੇਸ਼ਾਂ ਦੀਆਂ ਸਰਕਾਰਾਂ ਨੂੰ ਜਿਹੜਾ ਸੀ ਉਹ ਦਰਪੇਸ਼ ਨਹੀਂ ਆਇਆ, ਭਾਵ ਕਿ ਉਹਨਾਂ ਨੂੰ ਇਸ ਤਰ੍ਹਾਂ ਦਾ ਕੋਈ ਆਰਥਿਕ ਸੰਕਟ ਦਾ ਸਾਹਮਣਾ ਨਹੀਂ ਕਰਨਾ ਪਿਆ, ਜਿਸ ਕਰਕੇ ਯੂਰਪ ਦੇ ਕਿਸੇ ਵੀ ਹੋਰ ਮੁਲਕ ਵਿੱਚ ਕ੍ਰਾਂਤੀ ਨਹੀਂ ਹੋਈ। ਕ੍ਰਾਂਤੀ ਜਿਹੜੀ ਸੀ ਉਹ ਫਰਾਂਸ ਵਿੱਚ ਹੋਈ ਅਤੇ ਕਿਸੇ ਹੋਰ ਯੂਰਪੀ ਦੇਸ਼ ਦੇ ਵਿੱਚ ਜਿਹੜੀ ਸੀ ਉਹ ਇਸ ਤਰ੍ਹਾਂ ਦੀ ਹਾਲਾਤ ਨਹੀਂ ਪੈਦਾ ਹੋਏ ਸੀ। ਸੋ ਇਸ ਦੇ ਨਾਲ ਹੀ ਅੱਜ ਦਾ ਆਪਣਾ ਟੌਪਿਕ ਜਿਹੜਾ ਹੈ ਉਹ ਸਮਾਪਤ ਹੁੰਦਾ ਹੈ। ਧੰਨਵਾਦ।